साध संगत जग के बुलाओ। वाहिगुरू जी का खालसा, वाहिगुरू जी की फतेह। वाहेगुरु वाहेगुरु। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨਾ ਅੰਨ ਅੱਕ, ਇਹ ਨਾਮ ਦਾ ਅਰਥ ਹੈ ਮਹਾਰਾਜ ਦਾ। ਅੱਕ, ਅੱਕ ਨਾਮ ਦੁੱਖ ਦਾ ਹੈ। ਨਾ ਅੰਨ ਅੱਕ, ਅੱਕ ਜਿੱਥੇ ਨਹੀਂ ਹੈ ਦੁੱਖ, ਉਹਦਾ ਨਾਮ ਹੈ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਹ ਅਰਥ ਕੀਤੇ ਨੇ, ਬੜੇ ਸੁੰਦਰ। ਕਹਿੰਦੇ ਉਹ ਗੁਰੂ ਨਾਨਕ ਦਾ ਨਾਮ ਜਿਹੜਾ ਬੰਦੇ ਨੂੰ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ, ਉਹ ਵਾਹਿਗੁਰੂ ਦਾ ਨਾਮ ਇੱਕ ਤੁਲ ਹਨ। ਸੋ ਸੱਤੇ ਬਲਵੰਡੇ ਨੇ ਵੀ ਇਹੀ ਚੀਜ਼ ਲਿਖੀ ਹੈ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ ਹੈ। ਜੋਖੀ ਜੋਖਣਾ, ਤੱਕੜੀ ਚ ਪਾ ਕੇ ਤੋਲਣਾ। ਨਾਉ ਕਰਤਾ ਕਾਦਰ ਕਰੇ, ਕਰਤਾ ਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਆਪਣੇ ਤੁਲ ਕਰ ਲਵੇ। ਉਹ ਤੱਕੜੀ ਵਿੱਚ ਪਾ ਕੇ ਜੇ ਤੋਲੀਏ, ਇੱਕ ਪਾਸੇ ਗੁਰੂ ਨਾਨਕ ਲਿਖ ਦਈਏ, ਇੱਕ ਪਾਸੇ ਵਾਹਿਗੁਰੂ ਲਿਖ ਦਈਏ, ਤਾਂ ਤੋਲ ਪੂਰਾ ਬਰਾਬਰ ਹੋਵੇਗਾ। ਕਿਉਂਕਿ ਗੁਰੂ ਨਾਨਕ ਦਾ ਨਾਮ ਵੀ ਓਨਾ ਹੀ ਸਮਰੱਥ ਹੈ ਜਿੰਨਾ ਵਾਹਿਗੁਰੂ ਦਾ। ਕਿਉਂਕਿ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਆਪ ਹੀ ਗੁਰੂ ਨਾਨਕ ਦੇਵ ਜੀ ਨੇ, ਆਪ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਐਸੀ ਉਪਮਾ ਆਪ ਵੀ ਸੱਚੇ ਪਾਤਸ਼ਾਹ ਕਰਨਗੇ ਆਪਣੇ ਕੋਲੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਆਕਾਰ ਹੈ ਅਕਾਲ ਪੁਰਖ ਦਾ ਬਣਾਇਆ ਹੋਇਆ, ਅੰਤ ਨਾ ਜਾਪੈ ਕੀਤਾ ਆਕਾਰ। ਇਸ ਆਕਾਰ ਦਾ ਵੀ ਅੰਤ ਕੋਈ ਨਹੀਂ ਹੈ, ਕੋਈ ਸਿਰਾ ਨਹੀਂ ਹੈ ਇਹਦਾ। ਜੇ ਲੱਭਣ ਜਾਓ ਤਾਂ ਕੋਈ ਪਤਾ ਹੀ ਨਹੀਂ ਲੱਗਦਾ। ਅੰਤ ਨਾ ਜਾਪੈ ਪਾਰਾਵਾਰ, ਪਾਰਾ ਤੇ ਵਾਰ। ਪਾਰਾ ਉਰਲਾ ਕਿਨਾਰਾ, ਵਾਰ ਪਰਲਾ ਕਿਨਾਰਾ, ਉਰਾਰ ਪਾਰ ਕਹਿੰਦੇ ਨੇ ਇਹਨੂੰ। ਪਾਰਾ ਤੇ ਵਾਰ, ਲੋਕ ਅਤੇ ਪਰਲੋਕ, ਇਹਨਾਂ ਦਾ ਕੋਈ ਅੰਤ ਨਹੀਂ ਹੈ, ਇਹਨਾਂ ਦਾ ਕੋਈ ਸਿਰਾ ਨਹੀਂ ਹੈ। ਚਾਰ ਮੂੰਹ ਲੱਗੇ ਹੋਏ ਨੇ ਬ੍ਰਹਮਾ ਦੇ, ਤੇ ਬ੍ਰਹਮਾ ਨੂੰ, ਚਾਰ ਮੂੰਹ ਵਾਲੇ ਨੂੰ ਬੜਾ ਹੰਕਾਰ ਹੋ ਗਿਆ ਵੀ ਮੈਂ ਬਹੁਤ ਵੱਡਾ, ਮੇਰੇ ਨਾਲੋਂ ਵੱਡਾ ਹੋਰ ਕੋਈ ਨਹੀਂ। ਉਸ ਵਕਤ ਬੜੀ ਤਕੜੀ ਹਨੇਰੀ ਆਈ, ਉਡਾ ਕੇ ਲੈ ਗਈ ਬ੍ਰਹਮਾ ਨੂੰ। ਉੱਥੇ ਸੁੱਟ ਦਿੱਤਾ ਜਿੱਥੇ 8 ਮੂੰਹਾਂ ਵਾਲਾ ਬ੍ਰਹਮਾ ਬੈਠਾ। ਉੱਥੇ ਉਹਦਾ ਹੰਕਾਰ ਟੁੱਟ ਗਿਆ। ਅੱਗੇ 8 ਮੂੰਹਾਂ ਵਾਲੇ ਨੂੰ ਬੜਾ ਹੰਕਾਰ ਹੈ। ਉੱਥੇ ਹਨੇਰੀ ਆਈ, ਉਡਾ ਕੇ ਲੈ ਗਈ, 16 ਮੂੰਹ ਵਾਲੇ ਬ੍ਰਹਮਾ ਤੱਕ ਚਲੇ ਗਏ। ਰੱਬ ਜਦੋਂ ਕਿਸੇ ਦਾ ਹੰਕਾਰ ਤੋੜਦਾ ਤਾਂ ਐਂ ਤੋੜਦਾ, ਫਿਰ 32 ਮੂੰਹਾਂ ਵਾਲਾ, ਫਿਰ 64 ਮੂੰਹਾਂ ਵਾਲਾ। ਅਖੀਰ ਇੰਨੀ ਹਨੇਰੀ ਉਡਾਉਂਦੀ ਉਡਾਉਂਦੀ ਸਭ ਨੂੰ ਉੱਥੇ ਲੈ ਗਈ ਜਿੱਥੇ 1000 ਮੂੰਹ ਵਾਲਾ ਬ੍ਰਹਮਾ ਬੈਠਾ। ਜਦੋਂ ਉੱਥੇ ਗਏ ਤਾਂ ਉੱਠ ਕੇ ਖੜਾ ਹੋ ਗਿਆ ਹੱਥ ਜੋੜ ਕੇ, ਕਹਿੰਦਾ ਆਓ ਧੰਨ ਭਾਗ ਮੇਰੇ, ਸੇਵਾ ਦੱਸੋ ਕੀ ਹੁਕਮ ਹੈ ਦਾਸ ਨੂੰ। ਜਦੋਂ ਉਹਦੀ ਨਿਮਰਤਾ ਦੇਖੀ, ਉਹ ਅਸਲ ਵਿੱਚ ਪਰਮੇਸ਼ਰ ਆਪ ਹੀ ਬਣੇ ਬੈਠੇ ਸੀ। ਨਿਮਰਤਾ ਜੋ ਸਿਖਾਉਣੀ ਸੀ। ਕਹਿੰਦੇ ਵੀ ਸਾਡੇ 'ਚ ਤਾਂ ਇੰਨੀ ਨਿਮਰਤਾ ਨਹੀਂ, ਸਾਡੇ ਤਾਂ 4 8 10 ਮੂੰਹਾਂ ਵਾਲੇ ਕਰਕੇ ਹੀ ਹੰਕਾਰ ਹੋਇਆ। ਇਹਦੇ 1000 ਮੂੰਹ ਲਾਇਆ ਪਰਮੇਸ਼ਰ ਨੇ, ਇਹਨੂੰ ਤਾਂ ਨਹੀਂ ਹੰਕਾਰ ਹੋਇਆ। ਸੋ ਇਸ ਕਰਕੇ ਉਹ ਪਰਮੇਸ਼ਰ ਦਾ ਤਾਂ ਕੋਈ ਪਾਰਾਵਾਰ ਹੈ ਨਹੀਂ, ਨਾ ਉਰਾਰ, ਨਾ ਪਾਰ, ਨਾ ਪਰਲਾ ਸਿਰਾ, ਨਾ ਉਰਲਾ ਸਿਰਾ। ਸੋ ਜਿਵੇਂ ਆਕਾਸ਼ ਦੇ ਵਿੱਚ ਅਨਲ ਪੰਛੀ ਹੈ, ਹਮਾਇੂ ਪੰਛੀ ਨੇ, ਇਹ ਵੱਡੇ ਵੱਡੇ ਪੰਛੀ ਨੇ, ਥੱਲੇ ਧਰਤੀ ਤੇ ਨਹੀਂ ਆਉਂਦੇ। ਇਹ ਹਜ਼ਾਰਾਂ ਮੀਲ ਧਰਤੀ ਤੋਂ ਬਹੁਤ ਉੱਪਰ ਕਿਤੇ ਜਾ ਕੇ ਉੜਦੇ ਨੇ। ਉਹ ਪੰਛੀ ਜੇ ਆਂਡਾ ਦੇ ਦੇਵੇ ਤਾਂ ਉਹ ਆਂਡਾ ਥੱਲੇ ਤੱਕ ਆਉਂਦਿਆਂ ਆਉਂਦਿਆਂ ਪੱਕ ਕੇ ਬੱਚਾ ਨਿਕਲ ਕੇ ਉੱਡ ਕੇ ਫੇਰ ਵਾਪਸ ਉੱਥੇ ਹੀ ਚਲਾ ਜਾਂਦਾ। ਇੰਨਾ ਉੱਚਾ ਉੜਦਾ, ਲੱਖਾਂ ਮੀਲ ਤੇ ਜਾ ਕੇ। ਉਹ ਅਨਲ ਪੰਛੀ ਜਿਹੜਾ ਹੈ ਉਹ ਉੜਦਾ 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 ਥੱਕ ਤਾਂ ਜਾਂਦਾ, ਪਰ ਉਹ ਵੀ ਅੰਤ ਨਹੀਂ ਪਾਉਂਦਾ, ਉਹ ਵੀ ਅੰਤ ਨਹੀਂ ਪਾ ਸਕਦਾ ਆਕਾਸ਼ ਦਾ। ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਕਿੱਥੇ ਤੱਕ ਹੈ ਸਮੁੰਦਰ, 90 ਗੁਣੇ ਪਾਣੀ, ਕੋਈ ਅੰਤ ਨਹੀਂ। ਸਮੁੰਦਰ ਦਾ ਤਾਂ ਕੋਈ ਅੰਤ ਹੀ ਨਹੀਂ ਹੈ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਮੁੰਦਰ ਦਾ ਅੰਤ ਨਹੀਂ, ਆਕਾਸ਼ ਦਾ ਅੰਤ ਨਹੀਂ, ਤਾਂ ਫਿਰ ਵਾਹਿਗੁਰੂ ਦਾ ਅੰਤ ਕਿਵੇਂ ਪਾ ਸਕਦੇ ਹਾਂ? ਉਹਦੇ ਉਰਾਰ ਪਾਰ ਦਾ ਕੋਈ ਪਤਾ ਹੀ ਨਹੀਂ, ਟਿਕਾਣਾ ਹੀ ਨਹੀਂ ਉਹਦਾ ਕੋਈ। ਅੰਤ ਕਾਰਨ ਕੇਤੇ ਬਿਲ ਲਾਹੇ। ਅਕਾਲ ਪੁਰਖ ਦਾ ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ। ਕੋਈ ਗ੍ਰੰਥਾਂ ਦੇ ਰਾਹੀਂ ਕੋਸ਼ਿਸ਼ ਕਰਦਾ, ਕੋਈ ਮੰਤਰਾਂ ਰਾਹੀਂ ਕੋਸ਼ਿਸ਼ ਕਰਦਾ, ਕੋਈ ਅੰਤਰਜਾਮਤਾ ਰਾਹੀਂ ਕੋਸ਼ਿਸ਼ ਕਰਦਾ। ਜਿੰਨਾ ਮਰਜੀ ਜ਼ੋਰ ਲਾ ਲਓ, ਅੰਤ ਨਹੀਂ ਪਾ ਸਕਦੇ। ਬਿਲ ਲਾਹੇ, ਦੋ ਲੱਲੇ ਹੈ, ਦੋਨੋਂ ਨੂੰ ਨਖੇਰ ਕੇ ਚੰਗੀ ਤਰ੍ਹਾਂ ਬੋਲਿਆ ਕਰੋ। ਬਿਲ ਲਾਹੇ, ਬਿੱਲਾਹੇ ਨਹੀਂ ਕਹਿਣਾ, ਬਿਲ ਲਾਹੇ। ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ ਕਿ ਅਸੀਂ ਵਾਹਿਗੁਰੂ ਦਾ ਅੰਤ ਪਾ ਲੈਣਾ ਹੈ, ਪਰ ਅੰਤ ਪਾਉਣ ਵਾਲਾ ਅੰਤ ਨੂੰ ਉਹਦਾ ਹੀ ਰੂਪ ਹੋ ਜਾਂਦਾ ਹੈ। ਤਾਂ ਕਿ ਅੰਤ ਨਾ ਪਾਏ ਜਾਏ, ਉਹਦਾ ਹੀ ਅੰਤ ਹੋ ਜਾਂਦਾ, ਉਹ ਨਹੀਂ ਪਾਇਆ ਜਾਂਦਾ ਉਹਦੇ ਕੋਲੋਂ। ਉਹ ਵਿੱਚੇ ਲੂਣ ਦੀ ਡਲੀ ਵਾਂਗੂ ਖੁਰ ਜਾਂਦਾ। ਜਿਵੇਂ ਸਮੁੰਦਰ ਦਾ ਅੰਤ ਪਾਉਣ ਵਾਸਤੇ ਲੂਣ ਦਾ ਢੇਲਾ, ਬਹੁਤ ਵੱਡਾ ਢੇਲਾ ਲੈ ਕੇ ਜੇ ਲੂਣ ਦਾ ਆਪਾਂ ਇਹੋ ਅੰਤ ਨਾ ਜਾਣੈ ਕੋਈ, ਇਹ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਿਆ। ਇਹੀ ਅੰਤ ਹੈ ਜਿਹੜਾ ਬੇਅੰਤ ਕਹਿਣਾ। ਕਹਿੰਦੇ ਜਿੰਨਾ ਕੁ ਅੰਤ ਕੋਈ ਪਾਉਂਦਾ ਉਹ ਉਦੋਂ ਹੋਰ ਵੱਡਾ ਹੋ ਜਾਂਦਾ। ਬਹੁਤਾ ਕਹੀਐ ਬਹੁਤਾ ਹੋਏ, ਜੇ ਬਹੁਤਾ ਕਹਿੰਦੇ ਆ ਦੇਖ ਕੇ ਤਾਂ ਉਹ ਬਹੁਤਾ ਹੋ ਜਾਂਦਾ, ਉਹ ਹੋਰ ਵੱਧ ਜਾਂਦਾ। ਉਹਨੂੰ ਕੀ ਹੈ? ਉਹਦੀ ਮਾਇਆ, ਉਹਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ਜੇ ਕੋਈ ਲੱਖਾਂ ਆਕਾਸ਼ ਲੱਖਾਂ ਪਤਾਲ ਦੇਖ ਕੇ ਕਹੇ ਮੈਂ ਅੰਤ ਪਾ ਲਿਆ, ਉਹ ਅੱਗੇ ਕਰੋੜਾਂ ਬਣਾ ਦਿੰਦਾ, ਫਿਰ ਤੁਰਿਆ ਰਹੋ। ਜਦੋਂ ਕਰੋੜਾਂ ਦਾ ਅੰਤ ਪਾ ਲੇ ਤਾਂ ਉਹ ਅਰਬਾਂ ਬਣਾ ਦੇਊਗਾ, ਫਿਰ ਤੁਰਿਆ ਰਹੋ। ਉਹਦਾ ਕੀ? ਉਹਦੀ ਸ਼ਕਤੀ ਇੰਨੀ ਜ਼ਿਆਦਾ, ਉਹਨੇ ਵਧਾਈ ਜਾਣਾ ਵਧਾਈ ਜਾਣਾ, ਆਪਣਾ ਕੰਮ ਵਧਾਈ ਜਾਣਾ। ਕਿੰਨੇ ਕੁ ਜਨਮ ਆਪਾਂ ਲੱਭਾਂਗੇ? ਕੁਛ ਵੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਹੋ ਜਾਂਦਾ ਨਾ ਕਿ ਬਹੁਤਾ ਕਹੀਏ, ਬਹੁਤਾ ਜੋ ਪਰਮੇਸ਼ਰ ਹੈ ਉਹਨੂੰ ਜੇ ਕਹਿੰਦੇ ਰਹੀਏ ਕਹਿੰਦੇ ਰਹੀਏ ਕਹਿੰਦੇ ਰਹੀਏ, ਬਹੁਤਾ ਹੋਏ, ਉਹ ਬਹੁਤੇ ਦਾ ਹੀ ਰੂਪ ਹੋ ਜਾਂਦਾ। ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ। ਇਸ ਕਰਕੇ ਉਹਦਾ ਕਿੱਥੇ ਕੁ ਤੱਕ ਅੰਤ ਪਾਵਾਂਗੇ? ਉਹਦਾ ਅੰਤ ਪਾ ਹੀ ਨਹੀਂ ਸਕਦੇ। ਵੱਡਾ ਸਾਹਿਬ ਉੱਚਾ ਥਾਂ, ਸਾਡਾ ਮਾਲਕ ਵਾਹਿਗੁਰੂ ਅਕਾਲ ਪੁਰਖ ਬਹੁਤ ਵੱਡਾ ਹੈ ਸਾਹਿਬ, ਉਦੋਂ ਵੱਡਾ ਹੋਰ ਕੋਈ ਹੈ ਹੀ ਨਹੀਂ। ਉੱਚਾ ਥਾਂ, ਉਹਦਾ ਥਾਮ ਜਿਹੜਾ ਸੱਚਖੰਡ ਉਹ ਸਾਰਿਆਂ ਨਾਲੋਂ ਉੱਚਾ ਹੈ। ਸਾਧ ਸੰਗਤ ਸਥਾਨ ਉੱਚਾ ਹੈ, ਸਾਰਿਆਂ ਨਾਲੋਂ ਉੱਚਾ ਤਾਂ ਥਾਂ ਹੈ ਉਹਦਾ ਸੱਚਖੰਡ। ਪਰ ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਨਾਲੋਂ ਵੀ ਉੱਚਾ ਉਹਦਾ ਨਾਮ ਹੈ। ਨਾਮ ਨੂੰ ਮਹਾਨਤਾ ਦਿੱਤੀ, ਨਾਮ ਵੱਡਾ ਹੈ। ਸੋ ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਮ ਰੂਪ ਕਰਕੇ ਮੱਥਾ ਟੇਕਦੇ। ਧੰਨ ਗੁਰੂ ਨਾਨਕ ਦੇਵ ਜੀ ਵੀ ਮੱਥਾ ਟੇਕਦੇ ਨੇ, ਦਸੇ ਸਰੂਪ ਵੀ ਮੱਥਾ ਟੇਕਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਜਦੋਂ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈਣ ਗਏ, ਪੋਥੀਆਂ ਪ੍ਰਾਪਤ ਕਰ ਲਈਆਂ, ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀਆਂ। ਜਦੋਂ ਫਿਰ ਗੁਰਸਿੱਖ ਪਾਲਕੀ ਲੈ ਕੇ ਆਏ, ਮਹਾਰਾਜ ਕਹਿੰਦੇ ਹੁਣ ਅਸੀਂ ਨਹੀਂ ਬਰਾਬਰ ਬਹਿਣਾ, ਕਿਉਂਕਿ ਸਾਡੇ ਨਾਲੋਂ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪੋਥੀਆਂ ਵੱਡੀਆਂ ਨੇ, ਪੈਦਲ ਆਏ। ਹੁਣ ਅਸੀਂ ਹਰਿਮੰਦਰ ਸਾਹਿਬ ਵਿੱਚ ਨਹੀਂ ਬੈਠਣਾ, ਅਸੀਂ ਸੰਗਤ ਵਿੱਚ ਬੈਠਣਾ। ਹੁਣ ਸਾਡੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਣਗੇ। ਪੰਜਵੇਂ ਪਾਤਸ਼ਾਹ ਨੇ ਹੀ ਆਪਣੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਸੀ। ਇਸ ਕਰਕੇ ਜਿਹੜਾ ਮਾਲਕ ਹੈ ਸਾਡਾ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਉੱਚੇ ਨਾਲੋਂ ਵੀ ਨਾਮ ਉੱਚਾ ਹੈ। ਰਾਮਚੰਦਰ ਜੀ ਨੇ ਨਾਮ ਦੀ ਮਹਿਮਾ ਨੂੰ ਜਣਾਉਂਦਿਆਂ ਹੋਇਆਂ ਹੀ ਪੱਥਰਾਂ ਤੇ ਰਾਮ ਲਿਖਿਆ ਸੀ, ਹੋਰ ਕੋਈ ਦਾ ਕਾਰਨ ਨਹੀਂ ਸੀ। ਆਪਣੀ ਸ਼ਕਤੀ ਨਾਲ ਪੱਥਰ ਨੂੰ ਵੈਸੇ ਵੀ ਉਤਾਰ ਸਕਦੇ ਸੀ ਪਾਣੀ ਦੇ ਉੱਤੇ, ਇੰਨੀ ਦਾ ਸਮਰੱਥਾ ਵਾਹਿਗੁਰੂ ਨੇ ਦਿੱਤੀ ਹੋਈ ਸੀ। ਪਰ ਹਰੇਕ ਪੱਥਰ ਦੇ ਉੱਤੇ ਜਿਹਨੂੰ ਸਿੱਟਦੇ ਸੀ ਉਹ ਡੁੱਬ ਜਾਂਦਾ ਸੀ। ਤਾਂ ਪੱਥਰਾਂ ਦੇ ਉੱਤੇ ਰਾਮ ਲਿਖ ਦਿੱਤਾ, ਉਹ ਫਿਰ ਪੱਥਰ ਡੁੱਬਦਾ ਨਹੀਂ ਸੀ। ਹਨੂਮਾਨ ਜੀ ਉੱਡ ਕੇ ਹੀ ਚਲੇ ਗਏ ਪਰਲੇ ਪਾਸੇ,
ਤਾਂ ਕਈ ਕਹਿੰਦੇ ਕਿ ਮਹਾਰਾਜ ਇਹ ਹਨੂਮਾਨ ਜੀ 'ਚ ਇੰਨੀ ਸ਼ਕਤੀ ਕਿੱਥੋਂ ਆ ਗਈ। ਰਾਮਚੰਦਰ ਜੀ ਕਹਿੰਦੇ ਉਹ ਮੇਰੇ ਨਾਲੋਂ ਵੀ ਉੱਚਾ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਉਹਦੇ ਹਿਰਦੇ ਵਿੱਚ ਮੇਰਾ ਨਾਮ ਹੈ। ਕਹਿੰਦੇ ਉਹ ਨਾਮ ਕਰਕੇ ਉੱਡ ਕੇ ਚਲਿਆ ਗਿਆ। ਜਿਹਦੇ ਹਿਰਦੇ 'ਚ ਨਾਮ ਆ ਜਾਂਦਾ ਹੈ ਉਹ 'ਚ ਉੱਡਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹ 'ਚ ਪਾਣੀ ਵਿੱਚ ਜਾਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹਦੇ ਵਿੱਚ ਸਾਰੇ ਪ੍ਰਕਾਰ ਦੀ ਸਮਰੱਥਾ ਆ ਜਾਂਦੀ ਹੈ। ਸੋ ਜਿਵੇਂ ਲੱਕੜ ਦੇ ਆਸਰੇ ਜਿਹੜਾ ਹੈ ਨਾ, ਪਹਿਲਾਂ ਪਾਣੀ ਆਪਾਂ ਪਾਉਨੇ ਦਰਖਤ ਨੂੰ, ਦਰਖਤ ਵੱਡਾ ਹੋ ਜਾਂਦਾ, ਫਿਰ ਉਹਦੀ ਲੱਕੜ ਕੱਟਦੇ ਆ, ਲੱਕੜ ਕੱਟ ਕੇ ਪਾਣੀ ਵਿੱਚ ਸੁੱਟੋ, ਪਾਣੀ ਉਹਨੂੰ ਡੁਬੋਂਦਾ ਨਹੀਂ। ਕਿਉਂ? ਕਹਿੰਦਾ ਮੈਂ ਹੀ ਤਾਂ ਇਹਨੂੰ ਪਾਲਿਆ, ਇਹ ਤਾਂ ਮੇਰੀ ਹੈ, ਇਹਨੂੰ ਮੈਂ ਡੁਬੋਣਾ ਨਹੀਂ। ਇਸੇ ਪ੍ਰਕਾਰ ਜਿਹੜੇ ਬੰਦੇ ਦੇ ਹਿਰਦੇ 'ਚ ਨਾਮ ਹੈ, ਪਾਣੀ ਉਹਨੂੰ ਕਿਵੇਂ ਡੁਬੋ ਸਕਦਾ? ਕਿਉਂਕਿ ਪਾਣੀ ਨੂੰ ਤਾਂ ਬਣਾਇਆ ਹੀ ਨਾਮ ਨੇ ਹੈ। ਉਹਨੂੰ ਅੱਗ ਕਿਵੇਂ ਸਾੜ ਸਕਦੀ? ਕਿਉਂਕਿ ਅੱਗ ਨੂੰ ਤਾਂ ਨਾਮ ਨਹੀਂ ਬਣਾਇਆ। ਭਾਈ ਬਿਧੀ ਚੰਦ ਮਚਲੇ ਭੱਟ 'ਚ ਵੜ ਗਏ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ, ਅਕਾਲ ਪੁਰਖ ਵਾਹਿਗੁਰੂ ਸੱਚ ਜਾਣੋ। ਕਈ ਵਾਰ ਸੰਗਤ ਵਿੱਚ ਕਈ ਗੱਲਾਂ ਐਸੀਆਂ ਵੀ ਹੋ ਜਾਂਦੀਆਂ ਕਿ ਤੁਹਾਡੇ ਵਿਸ਼ਵਾਸ ਬੜੇ ਬੱਝੇ ਹੋਏ ਨੇ, ਪਰ ਸੱਚ ਤਾਂ ਇਹ ਜਾਣਿਓ ਕਿ ਪਰਮੇਸ਼ਰ ਵੀ ਸੰਗਤ ਦੇ ਜੋੜੇ ਝਾੜ ਜਾਂਦਾ ਆ ਕੇ। ਉਹ ਕਹਿੰਦਾ ਮੈਨੂੰ ਸ਼ੌਂਕ ਹੀ ਬੜਾ, ਬਹੁਤ ਹੀ ਜ਼ਿਆਦਾ ਨਿਮਰਤਾ, ਜਿੰਨੀ ਨਿਮਰਤਾ ਵਾਹਿਗੁਰੂ ਵਿੱਚ ਹੈ ਇੰਨੀ ਨਿਮਰਤਾ ਕਿਸੇ 'ਚ ਨਹੀਂ ਹੈ। ਧੰਨ ਗੁਰੂ ਨਾਨਕ 'ਚ ਜਿੰਨੀ ਨਿਮਰਤਾ ਹੈ ਇੰਨੀ ਨਿਮਰਤਾ ਕਿਸੇ ਵਿੱਚ ਨਹੀਂ ਹੈ। ਸੋ ਜਿਵੇਂ ਕੋਈ ਜੋੜੇ ਝਾੜਦੇ ਸੀ ਕਿਸੇ ਸਥਾਨ ਤੇ, ਕੋਈ ਮਹਾਂਪੁਰਸ਼ਾਂ ਦਾ ਸਥਾਨ ਸੀ, ਕਿੰਨੀ ਦੇਰ ਤੱਕ ਉਹ ਕੁੰਡੀ ਲਾ ਕੇ ਅੰਦਰ ਆਰਾਮ ਕਰਦੇ, ਸੰਗਤ ਬਾਹਰ ਬੈਠੀ ਉਡੀਕਦੀ। ਇੱਕ ਪ੍ਰੇਮੀ ਦੇ ਮਨ 'ਚ ਆ ਗਿਆ ਵੀ ਪਤਾ ਨਹੀਂ ਕੁੰਡੀ ਕਿਉਂ ਲਾ ਕੇ ਪਏ ਰਹਿੰਦੇ ਨੇ। ਫਿਰ ਉਹਨੂੰ ਰਾਤ ਨੂੰ ਸੁਪਨੇ 'ਚ ਮਿਲੇ, ਕਹਿੰਦੇ ਜਿੱਥੇ ਤੂੰ ਜੋੜੇ ਝਾੜਦਾ ਬੈਠ ਕੇ ਰੋਜ਼ ਸੰਗਤ ਦੇ ਜੋੜੇ ਜਮ੍ਹਾਂ ਕਰਦਾ, ਅਸੀਂ ਗੁਪਤ ਰੂਪ ਵਿੱਚ ਜਾ ਕੇ ਅੰਦਰੋਂ ਫਿਰ ਸਾਰੇ ਸੰਗਤ ਦੇ ਜੋੜੇ ਝਾੜ ਕੇ ਆਉਨੇ ਆ। ਮਹਾਂਪੁਰਸ਼ ਸੂਖਮ ਸਰੀਰ ਧਾਰ ਕੇ ਜੋੜੇ ਝਾੜ ਲੈਂਦੇ ਨੇ, ਅਕਾਲ ਪੁਰਖ ਸੂਖਮ ਰੂਪ ਵਿੱਚ ਜੋੜੇ ਝਾੜਦੇ ਨੇ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਜਿਹੜਾ ਆਪਾਂ ਜੋੜੇ ਝਾੜਦੇ ਕਿਤੇ ਆਪਾਂ ਥੋੜੀ ਝਾੜਦੇ ਆ, ਆਪਣੇ ਅੰਦਰ ਉਹ ਬੈਠ ਕੇ ਜੋੜੇ ਝਾੜਦਾ ਸਾਧ ਸੰਗਤ ਦੇ। ਇਹੀ ਤਾਂ ਅਕਾਲ ਪੁਰਖ ਦੀ ਵੱਡੀ ਮਹਿਮਾ, ਕਿਉਂਕਿ ਅਕਾਲ ਪੁਰਖ ਨਾਮ ਨੂੰ ਵੱਡਾ ਬਣਾਉਂਦੀ। ਮੇਰੇ ਨਾਲੋਂ ਮੇਰਾ ਨਾਮ ਵੱਡਾ ਹੈ। ਜਿੰਨਾ ਵੱਡਾ ਮਕਾਨ ਹੁੰਦਾ ਓਨੀ ਵੱਡੀ ਪੌੜੀ ਹੁੰਦੀ, ਪੌੜੀ ਵੀ ਉਸ ਤੋਂ ਦੋ ਜ਼ਿਆਦਾ ਹੀ ਉੱਚੀ ਹੁੰਦੀ, ਦੋ ਜਿਹੜੀਆਂ ਪੌੜੀਆਂ ਹੋਰ ਉੱਚੀਆਂ ਬਣਾ ਲੈਂਦੇ ਉੱਤੇ ਚੜ੍ਹਨ ਵਾਸਤੇ। ਇਸੇ ਪ੍ਰਕਾਰ ਨਾਮ ਵੱਡਾ ਹੈ, ਨਾਮ ਕਰਕੇ ਨਾਮੀ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਵੱਡ ਉੱਚਾ ਹੋਵੇ ਕੋਏ, ਐਡਾ ਵੱਡਾ ਉੱਚਾ ਜੇ ਕੋਈ ਹੋ ਜਾਵੇ, ਨਾਮ ਜਪਦਾ 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 ਨਾਮੀ ਦਾ ਹੀ ਰੂਪ ਹੋ ਜਾਵੇ। ਨਾਮ ਜਪਣ ਕਰਕੇ ਨਾਮੀ ਦਾ ਰੂਪ। ਧੰਨ ਗੁਰੂ ਨਾਨਕ ਦੇਵ ਜੀ ਜਦ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ, ਕਹਿੰਦੇ ਹੁਣ ਸਾਨੂੰ ਨਾ ਮਿਲਣ ਆਇਓ ਤੁਸੀਂ, ਹੁਣ ਅਸੀਂ ਤੁਹਾਡੇ ਦਰਸ਼ਨ ਕਰਨ ਆਵਾਂਗੇ। ਫਿਰ ਦੇਖ ਲਓ ਬਈ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਜਾਂਦੇ ਨੇ। ਕਹਿੰਦੇ ਤੁਸੀਂ ਨਹੀਂ ਆਉਣਾ, ਹੁਣ ਅਸੀਂ ਆਵਾਂਗੇ। ਜਦ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾਤ ਬਖਸ਼ੀ, ਉਹੀ ਬਚਨ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਪੁਰਖਾ ਹੁਣ ਤੁਸੀਂ ਨਾ ਆਇਓ ਇੱਥੇ, ਅਸੀਂ ਆਇਆ ਕਰਾਂਗੇ ਤੁਹਾਨੂੰ ਮਿਲਣ। ਕਿਹੜੀ ਮਹਿਮਾ? ਉਹ ਨਾਮ ਦੀ ਮਹਿਮਾ। ਇਹ ਗੱਦੀ ਜਿਹੜੀ ਹੈ ਨਾ, ਇਹ ਨਾਮ ਦੀ ਹੋਈ ਗੱਦੀ ਹੈ ਗੁਰੂ ਨਾਨਕ ਦੇਵ ਜੀ ਦੀ। ਇਸੇ ਕਰਕੇ ਤਾਂ ਇਹ ਵੱਡੀ ਹੈ ਗੱਦੀ। ਇਹ ਨਾਮ ਨੂੰ ਹੀ ਮੱਥਾ ਟੇਕਦੇ ਨੇ ਸਾਰੇ ਜਾਣੇ, ਨਾਮ ਨੂੰ ਹੀ, ਸਾਰੀ ਕੁੱਲ ਸ੍ਰਿਸ਼ਟੀ ਨਾਮ ਨੂੰ ਹੀ ਮੱਥਾ ਟੇਕਦੇ ਆ। ਇਹ ਨਾਮ ਹੀ ਤਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਬਖਸ਼ਿਸ਼ ਕੀਤੀ ਸੀ ਆਪਣੇ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਗਟ ਕੀਤੀ, ਤਾਂ ਹੀ ਇਹ ਬਚਨ ਕਿਹਾ ਸੀ ਕਿ ਇਹ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਦੋਨੋਂ ਇੱਕੋ ਹੀ ਚੀਜ਼ ਹੈ, ਇੱਕੋ ਹੀ ਸਰੂਪ ਹੈ। ਵਾਹਿਗੁਰੂ ਹੀ ਗੁਰੂ ਗ੍ਰੰਥ ਸਾਹਿਬ ਨੇ। ਇਉਂ ਮਹਾਰਾਜ ਨੇ ਸਿੱਖ ਸੰਗਤ ਦਾ ਯਕੀਨ ਬੁਝਾਇਆ। ਤਿਸ ਉੱਚੇ ਕਉ ਜਾਣੈ ਸੋਏ, ਸੋਏ ਉਹੀ ਵਾਹਿਗੁਰੂ ਆਪਣੇ ਆਪ ਨੂੰ ਜਾਣਦਾ। ਵੈਸੇ ਤਾਂ ਜਿੱਥੇ ਹੁਣ ਨਾਮ ਜਪਣ ਵਾਲਾ ਕੋਈ ਪਹੁੰਚ ਜਾਂਦਾ ਹੈ ਸਮਗਰ ਰੂਪ ਵਿੱਚ, ਤੇ ਵੈਸੇ ਕੋਈ ਜਾਣ ਨਹੀਂ ਸਕਦਾ।
पर सारा किसी ਨੂੰ ਜਣਾ ਦੇਣ ਤਾਂ ਜਣਾ ਹੀ ਦੇਣ। ਜਿਵੇਂ ਭਾਈ ਪਾਰੋ ਦੀ ਅਵਸਥਾ ਇੱਥੇ ਤੱਕ ਚਲੀ ਗਈ ਸੀ, ਅਖੀਰ ਸਤਿਗੁਰੂ ਗੁਰਤਾ ਗੱਦੀ ਦੇਣ ਲੱਗੇ ਸੀ ਉਹਨਾਂ ਨੂੰ। ਉਹਨਾਂ ਦੀ ਅਵਸਥਾ ਸੀ ਬਹੁਤ ਉੱਚੀ, ਨਾਮ ਜਪ ਜਪ ਕੇ ਬੜੀਆਂ ਨਾਮ ਦੀਆਂ ਉੱਚੀਆਂ ਸਟੇਜਾਂ ਨੇ ਜਿਹੜੀਆਂ ਬੈਖਰੀ ਬਾਣੀ ਤੋਂ ਆਰੰਭ ਹੋ ਕੇ ਮੱਧਮਾ ਬਸੰਤੀ ਪਰਾ ਤੋਂ ਬਾਹਰ ਨੂੰ ਨਿਕਲ ਜਾਂਦੇ। ਫਿਰ ਆਕਾਸ਼ ਪਤਾਲ ਧਰਤੀ ਵਿੱਚ ਨਾਮ, ਫਿਰ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪੂਰੇ ਬ੍ਰਹਿਮੰਡ ਦੇ ਵਿੱਚ ਹੀ ਨਾਮ ਨਜ਼ਰ ਆਉਂਦਾ। ਉਹ ਐਸੀ ਉੱਚੀ ਅਵਸਥਾ ਵਾਲੇ ਜਿਨ੍ਹਾਂ ਨੂੰ ਸਾਰਾ ਗਿਆਨ ਹੋ ਚੁੱਕਿਆ ਸੀ। ਭਾਈ ਪਾਰੋ ਜੀ ਨੂੰ ਜਦ ਮਹਾਰਾਜ ਨੇ ਕਿਹਾ ਤੁਹਾਨੂੰ ਗੁਰਤਾ ਗੱਦੀ ਦੇਣੀ ਆ ਤਾਂ ਚਰਨ ਪਕੜ ਕੇ ਕਹਿੰਦੇ ਮਹਾਰਾਜ ਮੈਨੂੰ ਤਾਂ ਆਪਣਾ ਸਿੱਖ ਹੀ ਬਣਾਈ ਰੱਖੋ। ਫੇਰ ਵੀ ਸਿੱਖੀ ਮੰਗੀ ਹੈ। ਫਿਰ ਮਹਾਰਾਜ ਨੇ ਕਿਹਾ ਸੀ ਆਪਾਂ ਚੌਥੇ ਸਰੂਪ 'ਚ ਬਹਿ ਕੇ ਇਕੱਠੇ ਸਿੱਖੀ ਦਾ ਪ੍ਰਚਾਰ ਕਰਾਂਗੇ, ਕਲਿਆਣ ਕਰਾਂਗੇ ਸਭ ਦੀ। ਮਹਾਰਾਜ ਨਾਮ ਵਾਲੇ ਨੂੰ ਆਪਣੇ ਨਾਲੋਂ ਉੱਚਾ ਰੱਖਦੇ ਨੇ। ਭਾਈ ਗੋਪਾਲੇ ਨੂੰ ਜਾਂ ਜਪਜੀ ਸਾਹਿਬ ਦਾ ਪਾਠ ਕਰਨ ਲਈ ਕਿਹਾ, ਸਤਿਗੁਰੂ ਕਹਿੰਦੇ 1.25 ਫੁੱਟ ਉੱਚਾ ਆਸਣ ਲਾਓ ਸਾਡੇ ਤੋਂ ਇਹਦਾ, ਕਿਉਂਕਿ ਇਹਨੇ ਜਪਜੀ ਸਾਹਿਬ ਦਾ ਪਾਠ ਕਰਨਾ, ਇਹਨੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ। ਭਾਈ ਗੁਰਬਾਣੀ ਸਾਡੇ ਨਾਲੋਂ ਉੱਚੀ। ਸੋ ਇਸ ਪ੍ਰਕਾਰ ਸਤਿਗੁਰੂ ਦੇ ਬਹੁਤ ਸਾਰੇ ਐਸੇ ਕੌਤਕ ਨੇ ਕਿ ਗੁਰਬਾਣੀ ਨੂੰ ਨਾਮ ਨੂੰ ਆਪਣੇ ਨਾਲੋਂ ਵੱਡਾ ਕਿਹਾ ਮਹਾਰਾਜ ਨੇ। ਪਰ ਤਿਸ ਉੱਚੇ ਕਉ ਜਾਣੈ ਸੋਏ ਸੋਏ, ਉਹ ਅਕਾਲ ਪੁਰਖ ਉਸ ਅਕਾਲ ਪੁਰਖ ਨੂੰ ਆਪ ਹੀ ਅਕਾਲ ਪੁਰਖ ਜਾਣਦੇ ਨੇ। ਜੇ ਵਡ ਆਪ ਜਾਣੈ ਆਪ ਜਿੱਡਾ ਕੁ ਵੱਡਾ ਉਹ ਆਪ ਹੈ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਤਾਈਓ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਨਾਨਕ ਕਥਨਾ ਕਰੜਾ ਸਾਰ। ਇਹ ਵੀ ਕਹਿੰਦੇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਝੱਲਿਆਂ ਸਿਰ ਝੱਲਾ ਹੈ ਜਿਹੜਾ ਕਹਿੰਦਾ ਮੈਨੂੰ ਪਤਾ ਹੈ। ਤੈਨੂੰ ਕੀ ਪਤਾ? ਸਾਰਾ ਕੁਝ ਕਹਿ ਕੇ ਸੋਦਰ ਦੇ ਵਿੱਚ ਬਾਅਦ ਚ ਕਹਿੰਦੇ ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ। ਕਹਿੰਦੇ ਮੈਨੂੰ ਨਹੀਂ ਪਤਾ ਲੱਗਦਾ ਹੋਰ ਤੁਹਾਨੂੰ ਕਿੰਨੇ ਗਾਉਂਦੇ ਨੇ। ਭਾਵੇਂ ਤੁਸੀਂ ਸਾਰੇ ਕਹਿ ਦਿੱਤੇ ਤੁਹਾਨੂੰ ਸਾਰੀ ਪਤਾ ਹੈ ਸਮਰੱਥਾ, ਪਰ ਨਿਮਰਤਾ ਦੇਖੋ। ਮਹਾਰਾਜ ਨੇ ਨਿਮਰਤਾ ਜਣਾਈ ਕਿ ਮੈਨੂੰ ਤਾਂ ਕੁਝ ਗਿਆਨ ਹੀ ਨਹੀਂ ਹੈ। ਪਰ ਮਹਾਰਾਜ ਜੀ ਫਿਰ ਉਹਦੀ ਬਖਸ਼ਿਸ਼ ਕਿਵੇਂ ਮਿਲੇ ਸਾਨੂੰ? ਸਿੱਧਾਂ ਨੂੰ ਤੇ ਇੱਥੇ ਚੁੱਪ ਕਰਾਤਾ ਹੁਣ ਮਹਾਰਾਜ ਨੇ। ਕਹਿੰਦੇ ਜਿੱਡਾ ਵੱਡਾ ਉਹ ਆਪ ਹੈ ਓਨਾ ਵੱਡਾ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ। ਆਪਾਂ ਨੂੰ ਕਿਸੇ ਨੂੰ ਕੋਈ ਗਿਆਨ ਨਹੀਂ ਹੋ ਸਕਦਾ। ਕਹਿੰਦੇ ਮਹਾਰਾਜ ਫਿਰ ਤੁਸੀਂ ਸਾਨੂੰ ਹੁਣ ਸਿੱਧਾ ਜਿਹਾ ਰਾਹ ਦੱਸੋ ਵੀ ਹੁਣ ਤੱਕ ਉਹਦਾ ਅੰਤ ਤਾਂ ਕੋਈ ਪਾ ਹੀ ਨਹੀਂ ਸਕਦਾ। ਨਿਰੁੱਤਰ ਕਰ ਦਿੱਤਾ ਬਿਲਕੁਲ। ਗੁਰੂ ਨਾਨਕ ਦੇਵ ਜੀ ਇੱਕ ਪੰਕਤੀ ਵਿੱਚ ਹੀ ਸਾਰਾ ਜਵਾਬ ਮੁਕਾ ਕੇ ਉਹਨਾਂ ਨੂੰ ਨਿਰੁੱਤਰ ਕਰ ਰਹੇ ਨੇ। ਨਾਨਕ ਨਦਰੇ ਕਰਮੀ ਦਾਤ। ਕਹਿੰਦੇ ਜਿਹੜਾ ਨਦਰੀ ਪਰਮੇਸ਼ਰ ਆ ਨਾ ਬਖਸ਼ਿਸ਼ ਦੇ ਕਰਨ ਵਾਲਾ, ਉਹ ਆਪਣੀਆਂ ਬਖਸ਼ਿਸ਼ਾਂ ਦੀ ਦਾਤ ਦਿੰਦਾ ਜੀਵ ਨੂੰ, ਬਖਸ਼ਿਸ਼ ਕਰਦਾ ਸਾਰਿਆਂ ਨਾਲੋਂ ਵੱਡੀ। ਜੀਵ ਦੇ ਉੱਤੇ ਕਿਰਪਾ ਕਰਦਾ, ਤਾਈਓ ਇਹਨੂੰ ਦਾਤਾਂ ਪ੍ਰਾਪਤ ਹੁੰਦੀਆਂ ਨੇ, ਤਾਈਓ ਨਾਮ ਮਿਲਦਾ। ਨਦਰੀ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ ਜੀਵ ਦੇ ਉੱਤੇ, ਤਾਂ ਕਿਰਪਾ ਦੇ ਨਾਲ ਸਾਰਾ ਕੁਝ ਚੱਲਦਾ। ਜਦੋਂ ਤੱਕ ਜੀਵ ਦੇ ਉੱਤੇ ਕਿਰਪਾ ਨਹੀਂ ਉਦੋਂ ਤੱਕ ਇਹ ਕੁਝ ਵੀ ਨਹੀਂ ਕਰ ਸਕਦਾ। ਜਦੋਂ ਆਪਣੀ ਕਿਰਪਾ ਹੁੰਦੀ ਹੈ ਗੁਰੂ ਨਾਨਕ ਸਾਹਿਬ ਦੀ, ਅਕਾਲ ਪੁਰਖ ਵਾਹਿਗੁਰੂ ਦੀ, ਉਦੋਂ ਚੰਗਾ ਭਲਾ ਸਿੱਧੇ ਰਾਹ ਤੇ ਚੱਲਣ ਲੱਗ ਪੈਂਦਾ। ਜਦੋਂ ਤੱਕ ਕਿਰਪਾ ਨਹੀਂ ਭਾਈ ਸਿੱਧੋ ਉਦੋਂ ਤੱਕ ਕੁਝ ਵੀ ਨਹੀਂ, ਉਦੋਂ ਤੱਕ ਕੋਈ ਅੰਤ ਨਹੀਂ ਪਾ ਸਕਦਾ। ਇੱਕ ਗੱਲ ਹੈ ਕਿ ਵਾਹਿਗੁਰੂ ਹੀ ਚਾਹੇ ਕਿ ਮੈਂ ਫਲਾਣੇ ਬੰਦੇ ਨੂੰ ਆਪਣਾ ਦਿਖਾ ਦਿਆਂ ਅੰਤ, ਉਹ ਦਿਖਾ ਸਕਦੇ ਨੇ ਆਪ। ਬਸ ਉਹ ਆਪ ਹੀ ਦਿਖਾ ਸਕਦੇ ਨੇ, ਕਿਉਂਕਿ ਜਿੱਡੇ ਵੱਡੇ ਉਹ ਆਪ ਨੇ ਉਹਨਾਂ ਵੱਡਾ ਆਪਣਾ ਆਪ ਉਹ ਆਪ ਹੀ ਜਾਣਦੇ ਨੇ। ਉਹ ਦਾਤ ਦੇ ਸਕਦੇ ਨੇ ਨਾਮ ਦੀ, ਚਾਰ ਪਦਾਰਥਾਂ ਦੀ, ਆਪਣੇ ਸਰੂਪ ਨੂੰ ਜਣਾਉਣ ਦੀ ਦਾਤ ਖੁਦ ਅਕਾਲ ਪੁਰਖ ਹੀ ਕਿਰਪਾ ਕਰਕੇ ਦਿਖਾ ਦੇਣ ਤਾਂ ਦਿਖਾ ਦੇਣ। ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਪੁਰਖਾ ਕੀ ਪ੍ਰਤੀਤ ਹੁੰਦਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਇਉਂ ਪ੍ਰਤੀਤ ਹੁੰਦਾ ਕਿ ਮੈਂ ਹੀ ਬ੍ਰਹਮ ਹਾਂ। ਮਹਾਰਾਜ ਕਹਿੰਦੇ ਇਹ ਬਿਲਕੁਲ ਸੱਤ ਹੈ। ਇਸ ਵਕਤ ਤੁਸੀਂ ਅਕਾਲ ਪੁਰਖ ਦਾ ਸਾਖਿਆਤ ਰੂਪ ਹੋ, ਤੁਸੀਂ ਹੀ ਬ੍ਰਹਮ ਹੋ। ਹੁਣ ਮੱਥਾ ਤੁਹਾਨੂੰ ਤਾਈਓਂ ਟੇਕਿਆ, ਪਰ ਇਹ ਬਚਨ ਸੰਗਤ ਨੂੰ ਨਾ ਕਹੋ, ਇਹ ਬਚਨ ਦੁਨੀਆ ਅੰਦਰ ਨਾ ਕਹੋ,
क्योंकि दुनिया ऐसी है, जे तुसीं इन्हां नूं कहता मैं ब्रह्म हां ते ये भी मंगरे कहण लग जाणगे कि मैं किहड़ा घट हां तेरे नालों, मैं भी तो ब्रह्म ही हां। इस करके आपां ने दुनिया नूं सिखाउणी निमरता, दासा भाव। ये मुख निशाना गुरु घर दा कि संसार नूं हंकार तो हटा के निमरता च लियाउणा गुरु नानक दा निशाना। निमरता विच नहीं आउंदा मनुख छेती, माड़ा जिहा निमरता च आया नहीं ते दूजे पासे हंकार वधिया नहीं। हंकार नहीं इहदा खिहड़ा छड्डदा। इस करके सतगुरु महाराज सच्चे पातशाह कहने निमरता च रहो। निमरता नालों वड्डी कोई दात नहीं है, पर मंगो गुरु नानक दे घर तो। गुरु नानक देव जी कहने मैं अकाल पुरख तो मंग के लई है गरीबी 3 पा। 75% गरीबी दुनिया की गुरु नानक दे घर च है, 25% बाकी थावां ते है। जे गुरु नानक देव जी मंग के लियाए ने अकाल पुरख तो गरीबी, तो आपां भी गुरु नानक देव जी तो गरीबी मंगीए। महाराज सानू भी गरीबी बख्शो, निमरता बख्शो, मेहर भरिया हाथ रखो। गरीबी भी 2 तरह की है, एक माया करके गरीबी, वो तो नहीं मंगनी। एक गरीबी है निमरता, गरीबी गदा हमारी। महाराज कृपा करो अंदर निमरता बनी रहे, भावें जिथे मर्जी होर पहुंच जाइए, अवस्था ऊंची उड़ जाए, और पदार्थ आ जान, पर गरीबी बनी रहे मन के अंदर। यों महाराज सच्चे पातशाह तो निमरता मंगिए, बेनतियां करिए। सो सतगुरु महाराज जी कहने वाहिगुरु गुर मंत्र है जप हौमै खोई। भाई फिर वाहिगुरु मंत्र है जिहड़ा हौमै नूं नाश करदा है। रात दिन वाहिगुरु मंत्र का अभ्यास करते जाओ, अंदरों अपने आप ही हंकार खत्म हो गए, तुम भी मेरा ही रूप बन जाएगा। खालसा मेरो रूप है खास, खालसे में हूं करो निवास। वाहे गुरु 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 महाराज उपदेश करते ने आपां नूं बहुता कर्म लिखिया ना जाए, क्योंकि सिद्ध इसे गल दे उत्ते अड़े हुए ने, कोई लिख के अंत पा लईए रब दा। कदे कहंदे ने आपां लेखियां नाल अंत पा लईए, कदे कहंदे ने आपां फलानी गल नाल अंत पा लईए। मतलब कहण दा कि परमेश्वर नूं बंदा ये चाहुंदा मैं रब नूं किसे तो अंत पा के अपने नालों छोटा बना लवां। गुरु नानक देव जी महाराज कहने इस तरह तो नहीं अंत पाइंदा। कहने महाराज जिहड़ी बख्शिश करदा ਉਹਦੇ करके तो अंत पै ही जांदा होना। बहुता कर्म ਉਹਦੇ कर्म करके जिवें फर्ज करो परमेश्वर जीवां नूं पैदा करदा, इन्हां दी पालना करदा, फिर इन्हां नूं मार दिंदा, पै गया अंत। बस यही 3 काम करदा ਉਹ। गुरु नानक देव जी कहने बस यही 3 काम करदा परमेश्वर। ਉਹਦਾ ਇੰਨਾ कर्म करदा ਜਿਹੜਾ कर्म ਕਿਸੇ ਨੂੰ समझ ही नहीं पैंदा है। इस करके जिहड़ी ਉਹਦੀ कर्म तो भाव जिहड़ी बख्शिश है वो लिखी नहीं जा सकती। बख्शिश का आपां खुलासा नहीं कर सकते कि किन्नियां बख्शिशां जिहड़ियां ने जीव दे उत्ते करदा, किन्नियां बख्शिशां गुरु नानक देव जी ने कीतियां ने कि सुर नर मुन जन अमृत खोजदे सो अमृत गुर ते पाया। अमृत वर्गी मिठी गुरबाणी गुरु नानक देव जी ने बख्शी। इस बख्शिश का हुण तुसीं लेखा लिखोगे कोई?
ਧੁਰਕੀ ਬਾਣੀ ਦਾ ਕੋਈ ਲਿਖ ਸਕਦਾ ਹਿਸਾਬ ਕਿਤਾਬ ਕਿ ਕਿੰਨੀ ਕੁ ਵੱਡੀ ਕਿੰਨੀ ਕੁ ਛੋਟੀ ਹੈ, ਕਿੱਥੋਂ ਕੁ ਤੱਕ ਹੈ? ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਹੈ, ਜਿਹੜੀ ਕਲਯੁਗ ਵਿੱਚ ਸੰਗਤ ਬਣਾ ਦਿੱਤੀ ਗੁਰੂ ਨਾਨਕ ਨੇ ਵੀ ਬਈ ਸਾਰੇ ਸੰਗਤ ਵਿੱਚ ਬੈਠੋ, ਇਹ ਜਿਹੜੀਆਂ ਅਮੋਲਕ ਦਾਤਾਂ ਮਹਾਰਾਜ ਨੇ ਦਿੱਤੀਆਂ ਨੇ, ਜਿਹੜੇ ਸ਼ੁਭ ਗੁਣ ਦਿੱਤੇ ਨੇ ਆਪਾਂ ਨੂੰ, ਜਿਹੜੀਆਂ ਰਹਿਤ ਮਰਿਆਦਾਵਾਂ ਬਣਾਈਆਂ ਮਹਾਰਾਜ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਜਿਹੜੀਆਂ ਇਹ ਦਾਤਾਂ ਦਿੱਤੀਆਂ ਨੇ, ਸੋ ਜਿਹਦੀ ਕਿਰਪਾ ਨਾਲ ਅਮੋਲਕ ਪੌਣ ਪਾਣੀ ਪ੍ਰਾਪਤ ਹੋਇਆ, ਆਕਸੀਜਨ ਮਿਲਦੀ ਹੈ, ਇਹਨਾਂ ਦਾ ਕੋਈ ਮੁੱਲ ਪੈ ਸਕਦਾ? ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਉਹਦੀ ਕਰਤੱਵ ਨੇ, ਜਿਹੜੇ ਉਹਦੇ ਕਰਮ ਬਖਸ਼ਿਸ਼ਾਂ ਨੇ, ਬਖਸ਼ਿਸ਼ਾਂ ਨੂੰ ਕੋਈ ਲਿਖ ਹੀ ਨਹੀਂ ਸਕਦਾ। ਬਖਸ਼ਿਸ਼ ਜਿੰਨੀ ਮਹਾਰਾਜ ਨੇ ਆਪਣੇ ਤੇ ਕੀਤੀ ਹੈ, ਸਾਰੀ ਬਖਸ਼ਿਸ਼ ਆਪ ਹੀ ਕੀਤੀ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਵੱਡਾ ਹੈ ਦਾਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਿਲ ਜਿੰਨੀ ਵੀ ਤਮਾਏ ਨਹੀਂ, ਇੱਛਾ ਨਹੀਂ, ਕੋਈ ਤਮਾ ਨਹੀਂ ਹੈ ਕਿਸੇ ਤੋਂ।